ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਰਚਨਾ ਹੈ। ਘਰ ਵਿੱਚ ਮੰਮੀ ਪਾਪਾ ਤੇ ਮੈਂ ਹੀ ਰਹਿੰਦੇ ਸੀ। ਇੱਕ ਦਿਨ ਅਚਾਨਕ ਫੋਨ ਆਇਆ ਕਿ ਮਾਸੀ ਦੇ ਬੇਟੇ ਦਾ ਐਕਸੀਡੈਂਟ ਹੋ ਗਿਆ ਹੈ। ਇਸ ਲਈ ਮੰਮੀ ਪਾਪਾ ਤੁਰੰਤ ਉੱਥੇ ਚਲੇ ਗਏ। ਮੇਰੇ ਇਮਤਿਹਾਨ ਆਉਣ ਵਾਲੇ ਸਨ, ਇਸ ਲਈ ਮੈਂ ਨਹੀਂ ਜਾ ਸਕੀ। ਮੈਂ ਘਰ ਵਿੱਚ ਇਕੱਲੀ ਸੀ। ਉਸ ਦਿਨ ਮੌਸਮ ਦਾ ਵੀ ਵੱਖਰਾ ਹੀ ਰੰਗ ਸੀ। ਰੁਕ ਰੁਕ ਕੇ ਮੀਂਹ ਪੈ ਰਿਹਾ ਸੀ ਤੇ ਬਿਜਲੀ ਵੀ ਚਮਕ ਰਹੀ ਸੀ। ਥੋੜਾ ਅਜੀਬ ਜਿਹਾ ਮਹਿਸੂਸ ਹੋ ਰਿਹਾ ਸੀ ਮੈਨੂੰ, ਪਰ ਮੈਂ ਆਪਣੇ ਆਪ ਨੂੰ ਦਿਲਾਸਾ ਦੇ ਰਹੀ ਸੀ ਕਿ ਇਹ ਸਿਰਫ ਇੱਕ ਰਾਤ ਦੀ ਤਾਂ ਗੱਲ ਹੈ, ਮੈਂ ਰਹਿ ਲਵਾਂਗੀ। ਰਾਤ ਦੇ 11 ਵੱਜ ਚੁੱਕੇ ਸਨ। ਮੈਂ ਅਜੇ ਹੋਰ ਪੜ੍ਹਨਾ ਚਾਹੁੰਦੀ ਸੀ, ਇਸ ਲਈ ਮੈਂ ਸੋਚਿਆ ਕਿ ਚਲੋ ਇੱਕ ਕੱਪ ਚਾਹ ਹੀ ਪੀ ਲਵਾਂ, ਫਿਰ ਦੁਬਾਰਾ ਪੜ੍ਹਾਈ ਕਰਾਂਗੀ। ਮੈਂ ਅਜੇ ਰਸੋਈ ਵੱਲ ਵਧੀ ਹੀ ਸੀ ਕਿ ਮੈਨੂੰ ਇੱਕ ਉੱਚੀ ਬ੍ਰੇਕ ਲੱਗਣ ਦੀ ਆਵਾਜ਼ ਆਈ ਤੇ ਫਿਰ ਇੱਕ ਚੀਕ ਸੁਣਾਈ ਦਿੱਤੀ। ਪਹਿਲਾਂ ਮੈਂ ਥੋੜਾ ਜਿਹਾ ਘਬਰਾ ਗਈ ਸੀ। ਫਿਰ ਮੈਂ ਜਦੋਂ ਮੇਨ ਗੇਟ ਖੋਲ੍ਹਿਆ ਤਾਂ ਸਾਹਮਣੇ ਇੱਕ ਮੁੰਡਾ ਜ਼ਖਮੀ ਖੂਨ ਨਾਲ ਲੱਥ-ਪੱਥ ਤੇ ਬੇਹੋਸ਼ ਪਿਆ ਸੀ। ਮੈਂ ਇਹ ਵੇਖਣ ਲਈ ਆਲੇ ਦੁਆਲੇ ਦੇਖਿਆ ਕਿ ਕੋਈ ਉੱਥੇ ਹੋਵੇਗਾ, ਪਰ ਉਸ ਦੀ ਮਦਦ ਕਰਨ ਵਾਲਾ ਉੱਥੇ ਕੋਈ ਵੀ ਨਹੀਂ ਸੀ। ਜੇਕਰ ਮੈਂ ਵੀ ਅੰਦਰ ਚਲੀ ਗਈ ਤਾਂ ਉਹ ਮੁੰਡਾ ਮਰ ਵੀ ਸਕਦਾ ਸੀ। ਕੁਝ ਦੇਰ ਸੋਚਣ ਤੋਂ ਬਾਅਦ ਮੈਂ ਉਸ ਨੂੰ ਚੁੱਕਣ ਦਾ ਫੈਸਲਾ ਕੀਤਾ ਤਾਂ ਉਦੋਂ ਹੀ ਸਾਹਮਣੇ ਵਾਲੇ ਘਰ ਵਿੱਚ ਰਹਿੰਦਾ ਰਾਜਨ ਬਾਹਰ ਆ ਗਿਆ। ਦੇਖੋ ਰਾਜਨ, ਕਿਸੇ ਨੇ ਮੁੰਡੇ ਨੂੰ ਟੱਕਰ ਮਾਰ ਦਿੱਤੀ ਹੈ, ਬਹੁਤ ਖੂਨ ਵਹਿ ਰਿਹਾ ਹੈ, ਥੋੜੀ ਮਦਦ ਕਰ ਦਿਓ। ਉਸ ਨੂੰ ਹਸਪਤਾਲ ਲੈ ਚੱਲੀਏ। ਰਚਨਾ ਦੀਦੀ, ਇਹ ਐਕਸੀਡੈਂਟ ਦਾ ਮਾਮਲਾ ਹੈ, ਮੈਂ ਕਿਸੇ ਮੁਸੀਬਤ ਵਿੱਚ ਨਹੀਂ ਪੈਣਾ ਚਾਹੁੰਦਾ। ਹਾਂ, ਤੁਸੀਂ ਵੀ ਅੰਦਰ ਚਲੇ ਜਾਓ, ਰਾਜਨ ਨੇ ਕਿਹਾ। ਉਹ ਘੱਟੋ ਘੱਟ ਇਸ ਨੂੰ ਵੇਖ ਤੇ ਸਹੀ, ਮੈਂ ਫਸਟ ਏਡ ਕਰ ਦੇਵਾਂਗੀ। ਤੇ ਜਰਾ ਵੇਖ ਲੈ ਕਿ ਕਿਤੇ ਕੋਈ ਮੋਬਾਈਲ ਫੋਨ ਕੋਲ ਪਿਆ ਹੈ ਜਾਂ ਨਹੀਂ। ਰਾਜਨ ਨੇ ਇੱਧਰ ਉੱਧਰ ਵੇਖਿਆ ਤਾਂ ਕੁਝ ਦੂਰੀ ਤੇ ਇੱਕ ਮੋਬਾਈਲ ਫੋਨ ਪਿਆ ਸੀ। ਉਸਨੇ ਚੁੱਕ ਕੇ ਮੈਨੂੰ ਦੇ ਦਿੱਤਾ ਤੇ ਫਿਰ ਅਸੀਂ ਦੋਵਾਂ ਨੇ ਉਸ ਮੁੰਡੇ ਨੂੰ ਸਹਾਰਾ ਦਿੱਤਾ ਤੇ ਕਮਰੇ ਵਿੱਚ ਲਿਆ ਕੇ ਸੋਫੇ ਤੇ ਲੰਮੇ ਪਾ ਦਿੱਤਾ। ਇਸ ਤੋਂ ਬਾਅਦ ਰਾਜਨ ਉੱਥੋਂ ਚਲਾ ਗਿਆ। ਮੈਂ ਉਸ ਦੀ ਪੱਟੀ ਕਰ ਦਿੱਤੀ। ਫਿਰ ਮੈਂ ਦੇਖਿਆ ਕਿ ਉਹ ਕੰਬ ਰਿਹਾ ਸੀ ਤਾਂ ਮੈਂ ਆਪਣੇ ਪਿਤਾ ਦੇ ਕੱਪੜੇ ਲੈ ਆਈ ਤੇ ਕਿਹਾ ਕਿ ਤੁਸੀਂ ਕੱਪੜੇ ਬਦਲ ਲਵੋ, ਪਰ ਉਹ ਤਾਂ ਬੇਹੋਸ਼ ਸੀ। ਫਿਰ ਕੁਝ ਝਿਜਕਦੇ ਹੋਏ ਮੈਂ ਉਸਦੇ ਕੱਪੜੇ ਬਦਲ ਦਿੱਤੇ। ਮੈਨੂੰ ਥੋੜਾ ਅਜੀਬ ਜ਼ਰੂਰ ਲੱਗਾ, ਪਰ ਜੇ ਮੈਂ ਉਸਦੇ ਕੱਪੜੇ ਨਾ ਬਦਲੇ ਹੁੰਦੇ ਤਾਂ ਸ਼ਾਇਦ ਉਸ ਨੂੰ ਸੱਟ ਦੇ ਨਾਲ ਬੁਖਾਰ ਵੀ ਚੜ ਜਾਂਦਾ। ਉਹ ਮਾਂ, ਥੋੜਾ ਚੀਕਦੇ ਹੋਏ ਅਜਨਬੀ ਮੁੰਡਾ ਬੋਲਿਆ। ਅਚਾਨਕ ਬੇਹੋਸ਼ੀ ਦੀ ਹਾਲਤ ਵਿੱਚ ਉਸ ਅਜਨਬੀ ਮੁੰਡੇ ਨੇ ਮੇਰਾ ਹੱਥ ਘੁੱਟ ਕੇ ਫੜ ਲਿਆ। ਇੱਕ ਵਾਰ ਤਾਂ ਮੈਂ ਘਬਰਾ ਗਈ, ਫਿਰ ਕਿਹਾ, ਮੇਰਾ ਹੱਥ ਛੱਡ, ਪਰ ਉਹ ਤਾਂ ਬੇਹੋਸ਼ ਸੀ। ਹੌਲੀ ਹੌਲੀ ਉਸ ਦੀ ਹਾਲਤ ਵਿਗੜਦੀ ਜਾ ਰਹੀ ਸੀ। ਹੁਣ ਮੈਨੂੰ ਘਬਰਾਹਟ ਹੋਣ ਲੱਗੀ ਸੀ। ਜੇ ਇਸ ਨੂੰ ਕੁਝ ਹੋ ਗਿਆ ਤਾਂ ਕੀ ਹੋਵੇਗਾ? ਮੈਂ ਹੀ ਪਾਗਲ ਸੀ ਜੋ ਇਸ ਨੂੰ ਘਰ ਲੈ ਆਈ ਹਾਂ। ਰਾਜਨ ਨੇ ਵੀ ਤਾਂ ਮੈਨੂੰ ਮਨਾ ਕੀਤਾ ਸੀ, ਪਰ ਮੈਂ ਹੀ ਨਹੀਂ ਮੰਨੀ। ਪਰ ਜੇ ਇਸ ਨੂੰ ਨਾ ਲਿਆਉਂਦੀ ਤਾਂ ਇਹਨੇ ਮਰ ਜਾਣਾ ਸੀ। ਮੈਂ ਸੋਚਿਆ ਸੀ ਕਿ ਪੱਟੀ ਬੰਨ੍ਹ ਕੇ ਘਰ ਭੇਜ ਦੇਵਾਂਗੀ, ਪਰ ਹੁਣ ਕੀ ਕਰਾਂ? ਮੈਨੂੰ ਹੁਣ ਕੀ ਕਰਨਾ ਚਾਹੀਦਾ ਆ? ਫਿਰ ਅਚਾਨਕ ਤੇਜ਼ ਬਿਜਲੀ ਚਮਕੀ ਤੇ ਬੇਹੋਸ਼ੀ ਵਿੱਚ ਉਸਨੇ ਮੇਰਾ ਹੱਥ ਜ਼ੋਰ ਨਾਲ ਖਿੱਚ ਲਿਆ। ਬਿਜਲੀ ਜਾਣ ਕਰਕੇ ਹਨੇਰਾ ਸੀ। ਇਸੇ ਤਰ੍ਹਾਂ ਰਾਤ ਲੰਘ ਗਈ ਤੇ ਸਵੇਰ ਹੋਣ ਵਾਲੀ ਸੀ। ਉਸ ਦੀ ਹਾਲਤ ਹੋਰ ਵਿਗੜਦੀ ਜਾ ਰਹੀ ਸੀ। ਮੈਂ ਐਂਬੂਲੈਂਸ ਬੁਲਾਈ ਤੇ ਉਸ ਨੂੰ ਹਸਪਤਾਲ ਲੈ ਗਈ। ਇਲਾਜ ਕਰਵਾਉਣ ਤੋਂ ਬਾਅਦ ਜਦੋਂ ਮੁੰਡੇ ਨੂੰ ਹੋਸ਼ ਆਇਆ ਤਾਂ ਡਾਕਟਰ ਨੇ ਉਸ ਨੂੰ ਮੇਰੇ ਬਾਰੇ ਦੱਸਿਆ ਤੇ ਕਿਹਾ ਕਿ ਮੈਂ ਹੀ ਉਸ ਨੂੰ ਇੱਥੇ ਲਿਆਂਦਾ ਸੀ। ਫਿਰ ਮੁੰਡਾ ਬੋਲਿਆ, ਰਚਨਾ ਜੀ, ਤੁਹਾਡਾ ਧੰਨਵਾਦ ਕਰਨਾ ਬਹੁਤ ਛੋਟੀ ਜਿਹੀ ਗੱਲ ਹੋਵੇਗੀ। ਮੈਨੂੰ ਸਮਝ ਨਹੀਂ ਆ ਰਹੀ ਕਿ ਮੈਂ ਤੁਹਾਨੂੰ ਕੀ ਦੇਵਾਂ। ਕੁਝ ਨਹੀਂ, ਬਸ ਤੁਸੀਂ ਜਲਦੀ ਠੀਕ ਹੋ ਜਾਵੋ, ਮੈਂ ਕਿਹਾ। ਉਹ ਬੋਲਿਆ, ਮੇਰਾ ਨਾਮ ਵਿਜੇ ਹੈ ਤੇ ਮੈਂ ਇੱਕ ਡਾਕਟਰ ਹਾਂ। ਕੱਲ੍ਹ ਮੇਰੀ ਕਾਰ ਖਰਾਬ ਹੋ ਗਈ ਸੀ। ਮੈਂ ਮਕੈਨਿਕ ਦੀ ਭਾਲ ਵਿੱਚ ਆਪਣੀ ਕਾਰ ਵਿੱਚੋਂ ਬਾਹਰ ਆਇਆ ਸੀ। ਫਿਰ ਇੱਕ ਕਾਰ ਮੈਨੂੰ ਟੱਕਰ ਮਾਰ ਕੇ ਚਲੀ ਗਈ। ਉਸ ਤੋਂ ਬਾਅਦ ਮੇਰੀ ਅੱਖ ਇੱਥੇ ਆ ਕੇ ਖੁੱਲ੍ਹੀ। ਮੇਰੀ ਜਾਨ ਬਚਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਨਹੀਂ ਤਾਂ ਮੇਰੇ ਪਰਿਵਾਰ ਨੇ ਮੇਰਾ ਇੰਤਜ਼ਾਰ ਕਰਦੇ ਰਹਿ ਜਾਣਾ ਸੀ। ਵਿਜੇ ਜੀ, ਤੁਹਾਨੂੰ ਨਹੀਂ ਯਾਦ ਕਿ ਰਾਤ ਨੂੰ ਕੀ ਗੱਲ ਹੋਈ ਸੀ? ਮੈਂ ਪੁੱਛਿਆ ਤਾਂ ਵਿਜੇ ਬੋਲਿਆ, ਕੀ ਮਤਲਬ, ਕਿਹੜੀ ਗੱਲ? ਨਹੀਂ ਨਹੀਂ, ਮੇਰਾ ਮਤਲਬ ਉਹ ਕੌਣ ਸੀ ਜਿਸ ਨੇ ਤੁਹਾਨੂੰ ਟੱਕਰ ਮਾਰੀ ਸੀ? ਮੈਂ ਜਾਣਬੁੱਝ ਕੇ ਸੱਚ ਛੁਪਾ ਲਿਆ, ਜੋ ਵੀ ਰਾਤ ਸਾਡੇ ਵਿੱਚ ਹੋਇਆ ਸੀ। ਨਹੀਂ ਰਚਨਾ ਜੀ, ਮੈਨੂੰ ਕੁਝ ਯਾਦ ਨਹੀਂ ਆ ਰਿਹਾ, ਵਿਜੇ ਨੇ ਆਪਣੇ ਦਿਮਾਗ 'ਤੇ ਜ਼ੋਰ ਪਾਉਂਦੇ ਹੋਏ ਕਿਹਾ। ਹਾਂ, ਜੇ ਤੁਹਾਨੂੰ ਕੋਈ ਇਤਰਾਜ਼ ਨਾ ਹੋਵੇ ਤਾਂ ਮੇਰੇ ਘਰ ਫੋਨ ਕਰਕੇ ਦੱਸ ਦਿਓ, ਉਹ ਪਰੇਸ਼ਾਨ ਹੋ ਰਹੇ ਹੋਣਗੇ। ਹੁਣ ਮੈਨੂੰ ਆਪਣੇ ਚਾਰੇ ਪਾਸੇ ਹਨੇਰਾ ਦਿਸਣ ਲੱਗਾ। ਹਾਏ, ਮੈਂ ਇੰਨੀ ਭਾਵੁਕ ਹੋ ਕੇ ਇਹ ਕੀ ਕਰ ਦਿੱਤਾ? ਵਿਜੇ ਤਾਂ ਬੇਕਸੂਰ ਹੈ ਤੇ ਅਣਜਾਣ ਵੀ ਸੀ। ਜੋ ਵੀ ਹੋਇਆ ਉਹ ਅਚਾਨਕ ਤੇ ਬੇਹੋਸ਼ੀ ਵਿੱਚ ਹੀ ਹੋਇਆ ਸੀ। ਵਿਜੇ ਦੀ ਹਾਲਤ ਦੇਖ ਕੇ ਮੈਂ ਉਸ ਨੂੰ ਕੁਝ ਨਾ ਕਹਿ ਸਕੀ। ਪਰ ਹੁਣ ਕੀ?
ਕਿਸੇ ਤਰ੍ਹਾਂ ਮੈਂ ਆਪਣੇ ਆਪ ਤੇ ਕਾਬੂ ਪਾਇਆ ਤੇ ਵਿਜੇ ਦੇ ਘਰ ਫੋਨ ਕੀਤਾ ਤੇ ਉਸਦੇ ਪਰਿਵਾਰ ਦੇ ਆਉਣ ਤੋਂ ਬਾਅਦ ਉਹਨਾਂ ਨੂੰ ਸਭ ਕੁਝ ਦੱਸ ਕੇ ਆਪਣੇ ਘਰ ਵਾਪਸ ਆ ਗਈ। ਜਦੋਂ ਮੈਂ ਘਰੇ ਆਈ ਤਾਂ ਵੇਖਿਆ ਕਿ ਮਾਤਾ ਪਿਤਾ ਦਰਵਾਜ਼ੇ ਅੱਗੇ ਹੀ ਖੜੇ ਸੀ। ਰਚਨਾ, ਤੂੰ ਸਵੇਰੇ ਸਵੇਰੇ ਕਿੱਥੇ ਚਲੀ ਗਈ ਸੀ? ਤੇ ਇਹ ਤੇਰਾ ਚਿਹਰਾ ਇਸ ਤਰ੍ਹਾਂ ਲੱਗ ਰਿਹਾ ਹੈ ਜਿਵੇਂ ਤੂੰ ਸਾਰੀ ਰਾਤ ਜਾਗਦੀ ਨੇ ਕੱਢ ਦਿੱਤੀ ਹੋਵੇ। ਪਾਪਾ ਚਿੰਤਾ ਭਰੇ ਲਹਿਜੇ ਵਿੱਚ ਬੋਲੇ। ਅੰਕਲ ਜੀ ਠੀਕ ਕਹਿ ਰਹੇ ਹੋ, ਇੰਨੀ ਦਿਨੀ ਮੈਡਮ ਨੇ ਸਮਾਜ ਸੇਵਾ ਦਾ ਠੇਕਾ ਲਿਆ ਹੋਇਆ ਆ। ਰਾਜਨ ਨੇ ਕਿਹਾ। ਚਲੋ ਮੈਂ ਤਾਂ ਲਿਆ ਠੇਕਾ, ਪਰ ਤੂੰ ਮੁੰਡਾ ਹੋਣ ਦੇ ਬਾਵਜੂਦ ਵੀ ਅੱਗੇ ਨਹੀਂ ਆਇਆ। ਕੀ ਕਿਸੇ ਨੂੰ ਮਰਨ ਤੋਂ ਬਚਾਉਣਾ ਗਲਤ ਹੈ ਪਾਪਾ? ਇਸ ਤੋਂ ਬਾਅਦ ਮੈਂ ਤੇ ਰਾਜਨ ਨੇ ਮਿਲ ਕੇ ਸਾਰੀ ਗੱਲ ਦੱਸੀ ਤੇ ਫਿਰ ਉੱਥੇ ਨੇੜੇ ਹੀ ਵਿਜੇ ਦੀ ਕਾਰ ਖੜੀ ਮਿਲ ਗਈ। ਬਾਅਦ ਵਿੱਚ ਜਦੋਂ ਮੈਂ ਵਿਜੇ ਦੇ ਪਰਿਵਾਰ ਵਾਲਿਆਂ ਨੂੰ ਫੋਨ ਕਰਕੇ ਸੂਚਨਾ ਦਿੱਤੀ ਤਾਂ ਉਸ ਦਾ ਪਰਿਵਾਰ ਆ ਕੇ ਕਾਰ ਨੂੰ ਲੈ ਗਿਆ। ਬੇਟੀ, ਤੁਸੀਂ ਇਹ ਤਾਂ ਸਹੀ ਕੀਤਾ, ਪਰ ਅੱਗੇ ਤੋਂ ਸਾਡੀ ਗੈਰ ਹਾਜ਼ਰੀ ਵਿੱਚ ਅਜਿਹਾ ਨਾ ਕਰਨਾ। ਚਲੋ ਠੀਕ ਹੈ ਕਿ ਉਹ ਇੱਕ ਚੰਗਾ ਵਿਅਕਤੀ ਸੀ, ਪਰ ਜੇ ਉਹ ਇੱਕ ਅਪਰਾਧੀ ਹੁੰਦਾ ਤਾਂ ਫਿਰ ਤੁਸੀਂ ਕੀ ਕਰਦੇ? ਪਾਪਾ ਨੇ ਕਿਹਾ। ਹਾਏ ਹੁਣ ਛੱਡੋ ਵੀ, ਸਭ ਠੀਕ ਤਾਂ ਹੈ, ਵੈਸੇ ਵੀ ਇਹ ਸਾਰੀ ਰਾਤ ਜਾਗਦੀ ਰਹੀ ਹੈ, ਮਾਂ ਨੇ ਕਿਹਾ। ਬੇਟੀ ਚਲੋ ਚਾਹ ਪੀ ਕੇ ਥੋੜੀ ਦੇਰ ਆਰਾਮ ਕਰ ਲਵੋ। ਮੈਂ ਅੰਦਰ ਚਲੀ ਗਈ। ਰਾਤ ਮੈਂ ਇਕੱਲੀ ਸੀ, ਪਰ ਮੈਂ ਪੂਰੀ ਸੀ। ਤੇ ਹੁਣ ਜਦੋਂ ਸਾਰੇ ਇਕੱਠੇ ਹਾਂ ਤਾਂ ਮੈਂ ਘਰ ਵਿੱਚ ਪ੍ਰਵੇਸ਼ ਕਰ ਰਹੀ ਹਾਂ ਤਾਂ ਮੈਨੂੰ ਕਿਉਂ ਲੱਗਦਾ ਹੈ ਕਿ ਮੈਂ ਅਧੂਰੀ ਹਾਂ। ਤੇ ਇਹ ਕਮੀ ਕਦੇ ਵੀ ਪੂਰੀ ਹੋਣ ਵਾਲੀ ਨਹੀਂ ਸੀ, ਕਿਉਂਕਿ ਜਿਸ ਨੇ ਮੈਨੂੰ ਅਧੂਰਾ ਬਣਾ ਦਿੱਤਾ ਸੀ ਉਹ ਇੱਕ ਅਣਜਾਣ ਵਿਅਕਤੀ ਸੀ ਤੇ ਮੇਰੇ ਨਾਲ ਕੀ ਵਾਪਰਿਆ ਸੀ ਇਸ ਤੋਂ ਵੀ ਉਹ ਅਣਜਾਣ ਸੀ। ਹੌਲੀ ਹੌਲੀ 1 ਮਹੀਨਾ ਬੀਤ ਗਿਆ। ਉਸ ਦਿਨ ਮੈਨੂੰ ਮੁੰਡੇ ਵਾਲੇ ਵੇਖਣ ਆਏ ਸੀ। ਮੰਮੀ ਪਾਪਾ ਉਹਨਾਂ ਕੋਲ ਲੋਕਾਂ ਨਾਲ ਗੱਲਾਂ ਕਰ ਰਹੇ ਸਨ। ਚਾਹ ਨਾਸ਼ਤਾ ਚੱਲ ਰਿਹਾ ਸੀ। ਮੁੰਡਾ ਵੀ ਨੌਕਰੀ ਕਰਦਾ ਸੀ ਤੇ ਪਰਿਵਾਰ ਵੀ ਵਧੀਆ ਸੀ। ਵਿਜੇ ਪੁੱਤ, ਤੁਸੀਂ ਕੁਝ ਖਾਧਾ ਹੀ ਨਹੀਂ, ਕੁਝ ਤਾਂ ਲਵੋ, ਮੇਰੇ ਪਾਪਾ ਨੇ ਕਿਹਾ। ਬਹੁਤ ਖਾ ਲਿਆ ਜੀ, ਵਿਜੇ ਨੇ ਆਖਿਆ। ਭਰਾ ਜੀ ਹੁਣ ਤਾਂ ਰਚਨਾ ਨੂੰ ਬੁਲਾ ਲਵੋ, ਵਿਜੇ ਕਦੋਂ ਤੋਂ ਉਡੀਕ ਕਰ ਰਿਹਾ ਹੈ, ਵਿਜੇ ਦੀ ਮਾਂ ਨੇ ਥੋੜਾ ਜਿਹਾ ਮੁਸਕਰਾਉਂਦੇ ਹੋਏ ਕਿਹਾ। ਨਹੀਂ ਮੰਮੀ, ਅਜਿਹਾ ਨਹੀਂ ਹੈ, ਵਿਜੇ ਨੇ ਥੋੜਾ ਸ਼ਰਮਾਉਂਦੇ ਹੋਏ ਨੇ ਕਿਹਾ। ਰਚਨਾ ਦੀ ਮਾਂ, ਹੁਣ ਤਾਂ ਸੱਚੀ ਬਹੁਤ ਦੇਰ ਹੋ ਚੁੱਕੀ ਹੈ, ਹੁਣ ਤਾਂ ਰਚਨਾ ਲੈ ਆਵੋ, ਮੰਮੀ ਨੇ ਅੰਦਰ ਆ ਕੇ ਕਿਹਾ। ਰਚਨਾ, ਅਜੇ ਕਿੰਨਾ ਸਮਾਂ ਹੋਰ ਲੱਗਣ ਵਾਲਾ ਹੈ, ਸਾਰੇ ਉਡੀਕ ਕਰ ਰਹੇ ਹਨ। ਬਸ ਹੋ ਗਿਆ ਮੰਮੀ, ਚਲੋ, ਮੈਂ ਕਿਹਾ ਤੇ ਫਿਰ ਮੈਂ ਤੇ ਮਾਂ ਡਰਾਇੰਗ ਰੂਮ ਵੱਲ ਵਧਣ ਲੱਗੀਆਂ। ਅਚਾਨਕ ਮੈਨੂੰ ਮਹਿਸੂਸ ਹੋਇਆ ਕਿ ਸਭ ਕੁਝ ਘੁੰਮ ਰਿਹਾ ਹੈ ਤੇ ਮੈਂ ਬੇਹੋਸ਼ ਹੋ ਕੇ ਡਿੱਗ ਗਈ। ਹਰ ਪਾਸੇ ਸਨਾਟਾ ਛਾਇਆ ਹੋਇਆ ਸੀ ਕਿ ਕੀ ਹੋ ਗਿਆ। ਜਦੋਂ ਮੇਰੇ ਪਿਤਾ ਅਤੇ ਸਾਰੇ ਪਰ ਮੇਰੇ ਵੱਲ ਵਧੇ ਤਾਂ ਵਿਜੇ ਨੇ ਕਿਹਾ, ਅੰਕਲ ਰੁਕੋ, ਮੈਂ ਵੇਖਦਾ ਹਾਂ। ਪਰ ਜਿਵੇਂ ਹੀ ਉਸਨੇ ਮੇਰੀ ਨਬਜ਼ ਵੇਖੀ ਤਾਂ ਉਸਦੇ ਚਿਹਰੇ ਦੇ ਹਾਵ ਭਾਵ ਬਦਲ ਗਏ। ਹਰ ਕੋਈ ਜਾਣਨਾ ਚਾਹੁੰਦਾ ਸੀ ਕਿ ਕੀ ਹੋਇਆ। ਜਦੋਂ ਵਿਜੇ ਨੇ ਮੈਨੂੰ ਚੁੱਕ ਕੇ ਬੈੱਡ 'ਤੇ ਪਾ ਦਿੱਤਾ ਤੇ ਫਿਰ ਮੇਰੇ ਚਿਹਰੇ 'ਤੇ ਪਾਣੀ ਦੇ ਕੁਝ ਛਿੱਟੇ ਮਾਰੇ ਤਾਂ ਮੈਨੂੰ ਥੋੜਾ ਜਿਹਾ ਹੋਸ਼ ਆ ਗਿਆ। ਜਦੋਂ ਮੈਂ ਉੱਠਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਲੇਟਣ ਲਈ ਕਿਹਾ। ਮੈਂ ਕਿਹਾ, ਮੈਨੂੰ ਨਹੀਂ ਪਤਾ ਕਿ ਮੈਨੂੰ ਅਚਾਨਕ ਕੀ ਹੋ ਗਿਆ ਸੀ, ਕੁਝ ਖਾਸ ਨਹੀਂ, ਬਸ ਕੁਝ ਦੇਰ ਆਰਾਮ ਕਰੋ, ਵਿਜੇ ਨੇ ਕਿਹਾ। ਹੁਣ ਹਰ ਕੋਈ ਬੇਚੈਨੀ ਮਹਿਸੂਸ ਕਰਨ ਲੱਗਾ, ਖਾਸ ਕਰਕੇ ਮੇਰੇ ਪਿਤਾ ਜੀ ਨੂੰ। ਉਸਨੇ ਕਿਹਾ, ਵਿਜੇ ਪੁੱਤ ਦੱਸੋ ਨਾ, ਰਚਨਾ ਨੂੰ ਕੀ ਹੋਇਆ ਹੈ? ਕੁਝ ਖਾਸ ਨਹੀਂ ਅੰਕਲ ਜੀ, ਥੋੜੀ ਕਮਜ਼ੋਰੀ ਹੈ ਤੇ ਨਵੇਂ ਰਿਸ਼ਤੇ ਕਾਰਨ ਤਣਾਅ ਹੋ ਜਾਂਦਾ ਹੈ। ਹੁਣ ਸਭ ਕੁਝ ਠੀਕ ਹੈ। ਕੀ ਮੈਂ ਰਚਨਾ ਨਾਲ ਇਕੱਲਾ ਗੱਲ ਕਰ ਸਕਦਾ ਹਾਂ? ਕਿਉਂ ਨਹੀਂ, ਮੇਰੇ ਪਿਤਾ ਜੀ ਨੇ ਕਿਹਾ। ਮੈਂ ਕੁਝ ਉਲਝਣ ਵਿੱਚ ਸੀ, ਹੈਰਾਨ ਸੀ ਕਿ ਕੀ ਹੋਇਆ ਹੈ। ਉਦੋਂ ਹੀ ਵਿਜੇ ਕਮਰੇ ਵਿੱਚ ਦਾਖਲ ਹੋਇਆ। ਉਸ ਨੂੰ ਦੇਖ ਕੇ ਮੈਂ ਝਿਜਕਦਿਆਂ ਕਿਹਾ, ਤੁਸੀਂ ਇੱਥੇ? ਮੈਨੂੰ ਨਹੀਂ ਪਤਾ ਵਿਜੇ ਜੀ, ਕੀ ਹੋਇਆ? ਮੈਂ ਕਮਰੇ ਵਿੱਚ ਆਈ ਤੇ ਸਭ ਕੁਝ ਘੁੰਮਣ ਲੱਗਾ ਤੇ ਮੈਂ ਬੇਹੋਸ਼ ਹੋ ਗਈ। ਕੀ ਤੁਸੀਂ ਸੱਚਮੁੱਚ ਕੁਝ ਨਹੀਂ ਜਾਣਦੇ ਰਚਨਾ? ਵਿਜੇ ਮੈਨੂੰ ਵੇਖਦਾ ਹੋਇਆ ਪੁੱਛਣ ਲੱਗਾ। ਤੁਸੀਂ ਤਾਂ ਡਾਕਟਰ ਹੋ, ਤੁਹਾਨੂੰ ਪਤਾ ਹੋਵੇਗਾ ਕਿ ਮੈਨੂੰ ਕੀ ਹੋਇਆ ਹੈ। ਕੀ ਤੂੰ ਮੇਰੇ 'ਤੇ ਭਰੋਸਾ ਕਰ ਸਕਦੀ ਹਾਂ? ਵਿਜੇ ਨੇ ਕਿਹਾ। ਵਿਜੇ ਜੀ, ਨਾ ਮੈਂ ਤੁਹਾਨੂੰ ਚੰਗੀ ਤਰ੍ਹਾਂ ਜਾਣਦੀ ਹਾਂ ਤੇ ਨਾ ਹੀ ਤੁਸੀਂ ਮੈਨੂੰ ਚੰਗੀ ਤਰ੍ਹਾਂ ਜਾਣਦੇ ਹੋ। ਪਹਿਲਾਂ ਵੀ ਆਪਾਂ ਹਾਦਸੇ ਕਾਰਨ ਮਿਲੇ ਸੀ ਤੇ ਅੱਜ ਵੀ ਇਹ ਸਭ ਕੁਝ ਹੋ ਗਿਆ, ਪਰ ਫਿਰ ਵੀ ਮੈਨੂੰ ਤੁਹਾਡੇ 'ਤੇ ਪੂਰਾ ਭਰੋਸਾ ਹੈ। ਤਾਂ ਸੁਣੋ, ਤੁਸੀਂ ਗਰਭਵਤੀ ਹੋ, ਵਿਜੇ ਨੇ ਕਿਹਾ, ਜਿਵੇਂ ਮੇਰੇ ਸਿਰ 'ਤੇ ਅਸਮਾਨ ਡਿੱਗ ਪਿਆ ਹੋਵੇ। ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਉਸ ਦਿਨ ਦੀ ਇੱਕ ਛੋਟੀ ਜਿਹੀ ਘਟਨਾ ਇੰਨੇ ਵੱਡੇ ਰੂਪ ਵਿੱਚ ਮੇਰੇ ਸਾਹਮਣੇ ਆ ਜਾਵੇਗੀ। ਮੈਂ ਹੰਝੂ ਭਰੀਆਂ ਅੱਖਾਂ ਨਾਲ ਵਿਜੇ ਵੱਲ ਵੇਖਦੀ ਰਹੀ ਤੇ ਵਿਜੇ ਦਾ ਹਾਦਸਾ, ਉਹ ਬਰਸਾਤ ਵਾਲੀ ਰਾਤ, ਸਭ ਕੁਝ ਮੇਰੀਆਂ ਅੱਖਾਂ ਦੇ ਸਾਹਮਣੇ ਆ ਗਿਆ। ਉਸਨੇ ਕਿਹਾ, ਕਿਵੇਂ ਤੇ ਕੀ ਹੋਇਆ? ਕੀ ਤੂੰ ਮੈਨੂੰ ਦੱਸ ਸਕਦੀ ਆ? ਬੇਸ਼ੱਕ ਅਸੀਂ ਵਿਆਹੇ ਹੋਏ ਨਹੀਂ ਹਾਂ, ਪਰ ਮੈਂ ਤੁਹਾਨੂੰ ਧੋਖਾ ਨਹੀਂ ਦੇਵਾਂਗਾ। ਉਸ ਰਾਤ ਜੋ ਵੀ ਹੋਇਆ ਤੁਸੀਂ ਮੈਨੂੰ ਦੱਸ ਸਕਦੇ ਸੀ। ਵਿਜੇ ਜੀ, ਮੈਂ ਕੰਬਦੇ ਹੋਏ ਬੁੱਲ੍ਹਾਂ ਨਾਲ ਕਿਹਾ।
ਮੈਂ ਸੋਚਿਆ ਕਿ ਤੁਹਾਨੂੰ ਕੁਝ ਯਾਦ ਨਹੀਂ ਹੈ, ਇਸ ਵਿੱਚ ਸਾਰੀ ਗਲਤੀ ਮੇਰੀ ਸੀ। ਫਿਰ ਇੱਕ ਦਿਨ ਮੇਰੀ ਮਾਂ ਨੂੰ ਪਤਾ ਲੱਗ ਗਿਆ ਤੇ ਉਹਨਾਂ ਨੇ ਤੁਹਾਡੇ ਨਾਲ ਗੱਲ ਕੀਤੀ ਸੀ, ਪਰ ਇਹ ਸਭ ਮੈਂ ਦੱਸਣ ਤੋਂ ਮਨਾ ਕੀਤਾ ਸੀ। ਮੈਂ ਵਿਜੇ ਨੂੰ ਸਾਰੀ ਗੱਲ ਦੱਸੀ ਤਾਂ ਉਸ ਨੂੰ ਹਾਦਸਾ ਸਮਝ ਕੇ ਭੁੱਲ ਗਈ ਸੀ, ਪਰ ਮੈਂ ਕਦੇ ਸੋਚਿਆ ਨਹੀਂ ਸੀ ਕਿ ਇਹ ਇਸ ਰੂਪ ਵਿੱਚ ਮੇਰੇ ਸਾਹਮਣੇ ਆਵੇਗਾ। ਹੁਣ ਕੀ ਹੋਵੇਗਾ ਵਿਜੇ ਜੀ? ਕੁਝ ਨਹੀਂ ਹੋਵੇਗਾ, ਜੋ ਮੈਂ ਕਹਿੰਦਾ ਹਾਂ ਧਿਆਨ ਨਾਲ ਸੁਣੋ। ਆਮ ਹੋ ਕੇ ਬਾਹਰ ਆ ਜਾਵੋ। ਜਦੋਂ ਵਿਜੇ ਬਾਹਰ ਆਇਆ ਤਾਂ ਹਰ ਕੋਈ ਇੰਤਜ਼ਾਰ ਕਰ ਰਿਹਾ ਸੀ, ਖਾਸ ਕਰਕੇ ਮੇਰੇ ਪਿਤਾ ਜੀ। ਹਾਂ ਵਿਜੇ ਜੀ, ਦੱਸੋ ਤੁਹਾਡਾ ਕੀ ਫੈਸਲਾ ਹੈ? ਮੈਨੂੰ ਕੁੜੀ ਪਸੰਦ ਹੈ ਪਾਪਾ ਜੀ, ਵਿਜੇ ਮੁਸਕਰਾ ਕੇ ਕਹਿਣ ਲੱਗਾ। ਭਾਈ ਜੇ ਮੀਆਂ ਬੀਵੀ ਰਾਜੀ ਤਾਂ ਫਿਰ ਕੀ ਕਰੇਗਾ ਕਾਜੀ? ਵਿਜੇ ਦੇ ਪਿਤਾ ਨੇ ਹੱਸਦੇ ਹੋਏ ਕਿਹਾ। ਪਾਪਾ ਜੀ ਮੈਂ ਕੁਝ ਕਹਿਣਾ ਚਾਹੁੰਦਾ ਹਾਂ, ਵਿਜੇ ਨੇ ਝਿਜਕਦੇ ਹੋਏ ਕਿਹਾ। ਕੀ ਕਹਿਣਾ ਪਿਤਾ ਜੀ? ਥੋੜਾ ਘਬਰਾ ਕੇ ਬੋਲੇ। ਪਾਪਾ ਜੀ ਤੁਸੀਂ ਡਰ ਕਿਉਂ ਰਹੇ ਹੋ? ਮੈਂ ਤਾਂ ਇਹੀ ਕਹਿਣਾ ਹੈ ਕਿ ਵਿਆਹ ਸਮੇਤ ਸਾਰੀਆਂ ਰਸਮਾਂ 1 ਮਹੀਨੇ ਦੇ ਅੰਦਰ ਅੰਦਰ ਕਰ ਲੈਣੀਆਂ ਚਾਹੀਦੀਆਂ ਹਨ, ਪਰ 1 ਮਹੀਨੇ ਵਿੱਚ ਅਸੀਂ ਪੂਰੀ ਤਿਆਰੀ ਕਿਵੇਂ ਕਰਾਂਗੇ ਪੁੱਤਰ? ਕੁਝ ਹੋਰ ਸਮਾਂ ਦੇ ਦਿਓ। ਗੱਲ ਇਹ ਹੈ ਕਿ ਪਾਪਾ ਜੀ ਮੈਂ ਹੋਰ ਪੜ੍ਹਾਈ ਲਈ ਵਿਦੇਸ਼ ਜਾਣਾ ਹੈ, ਇਸ ਲਈ ਮੈਂ ਸੋਚ ਰਿਹਾ ਹਾਂ ਕਿ ਇਸ ਦੌਰਾਨ ਵਿਆਹ ਵਾਲਾ ਕੰਮ ਕਰ ਲਿਆ ਜਾਵੇ ਤਾਂ ਜੋ ਰਚਨਾ ਵੀ ਮੇਰੇ ਨਾਲ ਚਲੀ ਜਾਵੇ। ਵਿਜੇ ਸਹੀ ਕਹਿ ਰਿਹਾ ਹੈ, ਉਹੀ ਕਰਦੇ ਹਾਂ, ਕਿਉਂ ਵਿਜੇ ਦੀ ਮਾਂ? ਵਿਜੇ ਦੇ ਪਿਤਾ ਨੇ ਕਿਹਾ। ਜਿਵੇਂ ਤੁਸੀਂ ਸਾਰੇ ਠੀਕ ਸਮਝਦੇ ਹੋ, ਵਿਜੇ ਦੀ ਮਾਂ ਬੋਲੀ। ਇਸ ਤਰ੍ਹਾਂ ਵਿਆਹ ਤੋਂ ਬਾਅਦ ਵਿਜੇ ਤੇ ਮੈਂ ਹਨੀਮੂਨ ਤੇ ਜਾ ਰਹੇ ਸੀ। ਮੈਂ ਬਹੁਤ ਭਾਵੁਕ ਸੀ। ਮੈਂ ਵਿਜੇ ਨੂੰ ਕਿਹਾ, ਤੁਸੀਂ ਨਾ ਸਿਰਫ ਮੇਰੀ ਇੱਜ਼ਤ ਬਚਾਈ, ਸਗੋਂ ਮੇਰੇ ਸਾਰੇ ਪਰਿਵਾਰ ਦੀ ਇੱਜ਼ਤ ਵੀ ਬਚਾਈ ਤੇ ਮੈਨੂੰ ਉਹਨਾਂ ਦੀ ਨਜ਼ਰ ਵਿੱਚ ਡਿੱਗਣ ਤੋਂ ਬਚਾਇਆ। ਮੈਂ ਤੁਹਾਡਾ ਇਹ ਕਰਜ਼ ਕਦੇ ਨਹੀਂ ਚੁਕਾ ਸਕਾਂਗੀ। ਰਚਨਾ ਹੁਣ ਤੁਸੀਂ ਆਪਣੇ ਮਨ ਵਿੱਚ ਕੋਈ ਬੋਝ ਨਾ ਰੱਖੋ। ਜੋ ਵੀ ਹੋਇਆ ਉਸ ਵਿੱਚ ਤੁਹਾਡਾ ਕੋਈ ਦੋਸ਼ ਨਹੀਂ ਹੈ। ਸਭ ਕੁਝ ਅਣਜਾਣੇ ਵਿੱਚ ਹੋਇਆ ਸੀ ਤੇ ਨਾ ਹੀ ਇਸ ਛੋਟੀ ਜਿਹੀ ਜ਼ਿੰਦਗੀ ਦਾ ਜੋ ਅਜੇ ਤੱਕ ਇਸ ਦੁਨੀਆ ਵਿੱਚ ਨਹੀਂ ਆਈ। ਹੁਣ ਜੋ ਵੀ ਆਵੇਗਾ ਜਾਂ ਆਵੇਗੀ ਉਹ ਮੇਰਾ ਹੀ ਹਿੱਸਾ ਹੀ ਹੈ। ਵਿਜੇ ਦੀ ਗੱਲ ਸੁਣ ਕੇ ਮੈਂ ਉਹਦੇ ਗਲੇ ਲੱਗ ਗਈ। ਧੰਨਵਾਦ ਜੀ। ਇਹ ਸੀ ਅੱਜ ਦੀ ਆਪਣੀ ਕਹਾਣੀ। ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ।